ਭਾਰਤੀ ਰਾਜ ਨੇ 1984 ਤੋਂ ਲੈ ਕੇ ਹੁਣ ਤੱਕ ਸਿੱਖ ਦੇ ਅਤੇ ਰੂਹ ਨੂੰ ਕਈ ਜ਼ਖਮ ਦਿੱਤੇ ਹਨ। 1984 ਵਿੱਚ ਭਾਰਤੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਗਿਆ ਅਤੇ ਅਨੇਕਾਂ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ ਗਿਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੋਬਲਜੀਤ ਸਿੰਘ ਬੁੱਲੋਵਾਲ ਨੇ ਦੱਸਿਆ ਕਿ ਇਹ ਪਹਿਲਾ ਹਮਲਾ ਨਹੀਂ ਸੀ। ਇਸ ਤੋਂ ਪਹਿਲਾਂ 4 ਜੁਲਾਈ 1955 ਨੂੰ ਪੰਜਾਬ ਪੁਲਿਸ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ। ਅੱਜ ਅਸੀਂ ਇੱਕ ਬੜੇ ਗੰਭੀਰ ਵਿਸ਼ੇ ਦੇ ਉੱਤੇ ਸਾਰੀ ਪ੍ਰੈਸ ਨੂੰ ਜਿਹੜਾ ਉਹ ਸੱਦਿਆ ਆ। ਗੱਲ ਜਿਹੜੀ ਆ ਉਹ 66 ਸਾਲ ਪੁਰਾਣੀ ਹੈ। 66 ਸਾਲ ਪਹਿਲਾਂ 4 ਜੁਲਾਈ 1955 ਨੂੰ 1947 ਤੋਂ ਕੇਵਲ 8 ਸਾਲ ਬਾਅਦ ਦਰਬਾਰ ਸਾਹਿਬ ਦੇ ਉੱਤੇ ਪਹਿਲਾ ਅਟੈਕ ਜਿਹੜਾ ਉਹ ਹੋਇਆ, ਕਿਉਂਕਿ ਜੂਨ 1984 ਬਾਰੇ ਤਾਂ ਕੌਮ ਦੇ ਵਿੱਚ ਬੜੀ ਜਾਗਰਤੀ ਆ। ਸਭ ਨੂੰ ਪਤਾ ਵੀ ਉਦੋਂ ਜਿਹੜਾ ਇਹ ਘੱਲੂਘਾਰਾ ਵਾਪਰਿਆ, ਪਰ ਜਿਹੜਾ 1955 4 ਜੁਲਾਈ 1955 ਨੂੰ ਦਿੱਲੀ ਦੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਉਹਦੇ ਬਾਰੇ ਜਿਹੜਾ ਉਹ ਨਹੀਂ ਪਤਾ। ਤੇ ਅਸੀਂ ਜਿਹੜੀ ਉਸ ਗੱਲ ਨੂੰ ਮੁੜ ਸਰਜੀਤ ਕਰਨ ਦੇ ਲਈ ਉਹਦੀ ਜਿਹੜੀ 66ਵੀਂ ਸ਼ਤਾਬਦੀ ਜਾਂ 66ਵੀਂ ਜਿਹੜੀ ਉਹਦੀ ਬਰਸੀ ਆ ਜਿਹੜੀ ਉਹ ਆ ਰਹੀ ਆ, ਤੇ ਉਹ ਅਸੀਂ ਪਹਿਲੀ ਵਾਰ ਜਿਹੜਾ ਅਸੀਂ ਇਕੱਤਰ ਹੋ ਕੇ ਉਹ ਮਨਾਉਣ ਜਾ ਰਹੇ ਹਾਂ। ਤੇ ਉਸ ਦਿਨ ਅਸੀਂ ਗੁਰਦੁਆਰਾ ਸੰਤੋਖਸਰ ਸਾਹਿਬ ਇਕੱਤਰ ਹੋ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਅਸੀਂ ਜਾਵਾਂਗੇ। ਜਿਹੜਾ ਇਹ ਹਮਲਾ ਸੀਗਾ ਦਰਬਾਰ ਸਾਹਿਬ ਦੇ ਉੱਪਰ, ਇਹ ਪੰਜਾਬੀ ਸੂਬੇ ਦਾ ਜਦੋਂ ਸੰਘਰਸ਼ ਚੱਲ ਰਿਹਾ ਸੀ, ਪੰਜਾਬੀ ਸੂਬਾ ਜਿੰਦਾਬਾਦ ਕਹਿਣ ਤੇ ਉੱਤੇ ਹੀ ਸਰਕਾਰ ਵੱਲੋਂ ਜਿਹੜੀ ਰੋਕ ਲਾ ਦਿੱਤੀ ਗਈ ਸੀ, ਜਦ ਕਿ ਸੰਵਿਧਾਨ ਦੇ ਵਿੱਚ ਕੋਈ ਐਸੀ ਤਰਮੀਮ ਨਹੀਂ ਸੀ ਕਿ ਉਹ ਇੱਦਾਂ ਜਿਹੜੀ ਸਾਡੀ ਬੋਲਣ ਦੀ ਆਜ਼ਾਦੀ ਸੀਗੀ ਉਹ ਉਹਨੂੰ ਕੁਚਲ ਦਿੰਦੇ। ਪਰ ਮਹਿਜ 8 ਸਾਲ ਬਾਅਦ ਹੀ ਸਾਡੀ ਜਿਹੜੀ ਆ ਬੋਲਣ ਦੀ ਆਜ਼ਾਦੀ ਨੂੰ ਕੁਚਲ ਦਿੱਤਾ ਗਿਆ। ਤੇ ਉਹਦੇ ਫਿਰ ਸੰਬੰਧਿਤ ਜਦੋਂ, ਕਿਉਂਕਿ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਫ਼ਤਰ ਸੀ ਦਰਬਾਰ ਸਾਹਿਬ ਹੀ ਸੀਗਾ, ਤੇ ਸਾਰਾ ਸਿੱਖਾਂ ਦਾ ਕੇਂਦਰੀ ਸਥਾਨ ਵੀ ਉੱਥੇ ਸੀਗਾ। ਕੋਈ ਵੀ ਸਿੱਖਾਂ ਦਾ ਸੰਘਰਸ਼ ਸੀ ਜਾਂ ਪੰਜਾਬ ਦਾ ਸੰਘਰਸ਼ ਸੀ, ਉਹ ਜਿਹੜਾ ਸੀਗਾ ਦਰਬਾਰ ਸਾਹਿਬ ਤੋਂ ਹੀ ਚੱਲਦਾ ਸੀਗਾ। ਤੇ ਇਹ ਜਿਹੜਾ ਹਮਲਾ ਸੀਗਾ, ਇਹਦੇ ਵਿੱਚ ਉਸ ਟਾਈਮ 'ਤੇ ਜਿਹੜਾ ਪ੍ਰਧਾਨ ਮੰਤਰੀ ਸੀ ਜਵਾਹਰ ਲਾਲ ਨਹਿਰੂ ਸੀਗੇ, ਭੀਮ ਸੈਨ ਸੱਚਰ ਜਿਹੜੇ ਮੁੱਖ ਮੰਤਰੀ ਸੀਗੇ, ਤੇ ਜਿਹੜਾ ਇਹਦਾ ਸਾਰਾ ਹਮਲੇ ਦਾ ਕਰਤਾ ਧਰਤਾ ਜਿਹੜੇ ਸੀਗੇ ਉਹ ਮਹਾਸ਼ਾ ਅਸ਼ਵਨੀ ਕੁਮਾਰ ਸੀਗੇ, ਜਿਹੜੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਸੀਗੇ। 3 ਤੇ 4 ਦੀ ਰਾਤ ਨੂੰ ਇਹ ਹਮਲਾ ਹੋਇਆ, ਜਿਹਦੇ ਵਿੱਚ ਓਪਨ ਫਾਇਰ ਹੋਏ, ਟੀਅਰ ਗੈਸ ਦੇ ਗੋਲੇ ਸਿੱਟੇ ਗਏ, ਗੁਰਦੁਆਰਿਆਂ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋਏ, ਉੱਥੇ ਸਾਰੀ ਮਰਿਆਦਾ ਭੰਗ ਹੋਈ। ਫਿਰ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਉਦੋਂ ਸੀਗਾ ਉਹਦੇ 'ਤੇ ਉਹਨਾਂ ਨੇ ਕਬਜ਼ਾ ਕਰ ਲਿਆ, ਲੰਗਰ ਰੋਕ ਦਿੱਤਾ ਗਿਆ, ਲੰਗਰ ਦੇ ਵਿੱਚੋਂ ਕੋਈ ਵੀ ਜਿਹੜਾ ਪ੍ਰਸ਼ਾਦ ਆਉਣ ਜਾਂ ਜਾਣ ਦੇ ਉੱਤੇ ਉਹ ਮਨਾਹੀ ਕਰ ਦਿੱਤੀ ਗਈ। ਤੇ ਰਾਤ ਨੂੰ ਜਿਹੜਾ ਇਹ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਸੀਗੇ ਉਸ ਟਾਈਮ ਦੇ ਉੱਤੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਜਿਹੜੇ ਮੈਨੇਜਰ ਸੀਗੇ ਗੁਰਦਿਆਲ ਸਿੰਘ ਜੀ ਦਰਬਾਰ ਸਾਹਿਬ ਦੇ, ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ। ਗਿਆਨੀ ਤੇਜਾ ਸਿੰਘ ਜੀ ਸੀਗੇ ਸਕੱਤਰ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਸੀਗੇ ਬਾਬਾ ਹਰਕਿਸ਼ਨ ਸਿੰਘ ਜੀ, ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ। ਮਾਸਟਰ ਤਾਰਾ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ, ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ। ਤੇ ਉੱਥੇ ਇੱਕ ਗ੍ਰੰਥੀ ਸਿੰਘ ਸੀਗੇ ਚੇਤ ਸਿੰਘ, ਜਿਨ੍ਹਾਂ ਦੀ ਰਿਹਾਇਸ਼ ਲਾਗੇ ਸੀਗੀ, ਉਹਨਾਂ ਨੂੰ ਬਹੁਤ ਜਲੀਲ ਕੀਤਾ, ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ।
ਤੇ ਘਰੋਂ ਬਾਹਰ ਕੱਢਣ ਤੋਂ ਬਾਅਦ ਉਹਨਾਂ ਨੇ ਉਸ ਘਰ ਨੂੰ ਆਪਣਾ ਇੱਕ ਸੈਂਟਰ ਬਣਾ ਕੇ ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਉਹ ਗੋਲੇ ਸਿੱਟੇ ਗਏ। ਉਸ ਤੋਂ ਬਾਅਦ 5 ਤਰੀਕ ਤੋਂ 9 ਲੈ ਕੇ 9 ਤਰੀਕ ਤੱਕ ਸਾਰੀਆਂ ਪੰਜਾਬੀ ਭਾਸ਼ਾਵਾਂ ਜਿਹੜੀ ਭਾਸ਼ਾ ਦੇ ਵਿੱਚ ਅਖਬਾਰਾਂ ਛਪਦੀਆਂ ਸੀ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ। ਤੇ ਇਹ ਇੱਕ ਸਟੇਟ ਦੀ ਜਿਹੜੀ ਨੀਤੀ ਸੀਗੀ ਅੱਜ ਤੋਂ 66 ਸਾਲ ਬਾਅਦ। ਇਹ ਅਸੀਂ ਗੱਲ ਕਿਉਂ ਕਰਦੇ ਪਏ ਹਾਂ? ਕਿਉਂਕਿ ਜੋ 66 'ਚ ਵਾਪਰਿਆ ਉਸ ਤੋਂ ਬਾਅਦ ਉਹ ਤੋਂ ਵੀ ਬੁਰਾ ਜਿਹੜਾ ਆ ਉਹ 84 'ਚ ਸਿੱਖਾਂ ਦੇ ਨਾਲ ਵਾਪਰਿਆ। ਤੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਸਿੱਖਾਂ ਨੂੰ ਕਿਤੇ ਵੀ ਇਨਸਾਫ ਜਿਹੜਾ ਆ ਇਹ ਸਟੇਟ ਸਾਨੂੰ ਦੇ ਨਹੀਂ ਸਕੀ। ਕਹਿਣ ਦਾ ਭਾਵ ਆ ਕਿ ਹਕੂਮਤ ਦੀ ਨੀਤੀ ਬਿਲਕੁਲ ਕੋਈ ਬਦਲਾਅ ਨਹੀਂ ਹੋਇਆ। 47 ਤੋਂ ਲੈ ਕੇ ਅੱਜ ਤੱਕ ਬਦਲਾਅ ਨਹੀਂ ਹੋਇਆ। ਤੇ ਜੇ ਬਦਲਾਅ ਆਇਆ ਆ ਤੇ ਜਿਹੜੀ ਕੌਮ 66 ਸਾਲ ਪਹਿਲਾਂ ਇੱਕ ਮੁੱਠ ਦਰਬਾਰ ਸਾਹਿਬ ਦੇ ਵਿੱਚ ਇਕੱਠੀ ਸੀ ਉਹ ਅੱਜ ਉਹ ਬਹੁਤ ਜਗ੍ਹਾ ਦੇ ਵਿੱਚ ਜਿਹੜੀ ਆ ਉਹ ਸਿਆਸੀ ਹਿੱਸਿਆਂ 'ਚੋਂ ਵੱਟ ਚੁੱਕੀ ਆ। ਪਰ ਜਿਹੜੀ ਹਕੂਮਤੀ ਨੀਤੀ ਦੇ ਵਿੱਚ ਕੋਈ ਜਿਹੜਾ ਬਦਲਾਅ ਨਹੀਂ ਆਇਆ। ਇਸ ਕਰਕੇ ਅਸੀਂ ਇਹ ਗੱਲ ਮਹਿਸੂਸ ਕੀਤੀ ਆ, ਕਾਫੀ ਚਿਰ ਤੋਂ ਇਹ ਗੱਲ ਮਹਿਸੂਸ ਕਰਦੇ ਸੀਗੇ ਵੀ ਜਿਹੜਾ ਇਹ ਦਿਨ ਆ ਉਹ ਬਹੁਤ ਅਹਿਮ ਆ। ਕਿਉਂਕਿ ਅਸੀਂ ਪੰਜਾਬ 'ਚ ਵੱਸਦੇ ਹਾਂ, ਸਾਰੇ ਪੰਜਾਬੀ ਹਾਂ ਤੇ ਸਾਨੂੰ ਆਪਣਾ ਇੱਕ ਸੂਬਾ ਬਣਾਉਣ ਦੇ ਲਈ ਹੀ ਕਿੱਡੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ ਤੇ ਫਿਰ ਜਾ ਕੇ ਇਹ ਸੂਬਾ ਹੋਂਦ 'ਚ ਆਇਆ। ਤੇ ਜਿਹੜਾ ਹੋਂਦ 'ਚ ਵੀ ਆਇਆ ਉਹਦੇ ਵਿੱਚ ਵੀ 36 ਘਾਟਾਂ ਸਾਡੇ ਇਲਾਕੇ, ਸਾਡੀ ਰਾਜਧਾਨੀ, ਸਾਡੇ ਪਾਣੀ, ਸਾਡੀ ਬੋਲੀ, ਉਹਨਾਂ ਦੇ ਉੱਤੇ ਜਿਹੜਾ ਸਟੇਟ ਨੇ ਸਾਨੂੰ ਬਣਦਾ ਜਿਹੜਾ ਸਾਡਾ ਹੱਕ ਸੀਗਾ ਜਾਂ ਸਾਡੇ ਨਾਲ ਇਨਸਾਫ ਨਹੀਂ ਕੀਤਾ। ਤੇ ਅੱਜ ਇਹਦੇ ਸੰਬੰਧ 'ਚ ਜਿਹੜੀ ਇਹ ਗੱਲ ਰੱਖੀ ਆ ਮੈਂ, ਤੇ ਇਹ ਉਸ ਟਾਈਮ ਦੀਆਂ ਮੈਂ ਕੁਛ ਅਖਬਾਰਾਂ ਵੀ ਜਿਹੜੀਆਂ ਦਾ ਟ੍ਰਿਬਿਊਨ ਆ ਜਾਂ ਦਾ ਸਟੇਟਮੈਨ ਸੀਗੀ ਉਸ ਟਾਈਮ ਦੇ ਉੱਤੇ, ਇਹੀ 2-3 ਅਖਬਾਰਾਂ ਦੇ ਵਿੱਚ ਜਿਹੜੀਆਂ ਆ ਉਹ ਸੁਰਖੀਆਂ ਬਣੀਆਂ। ਆਹ ਦੇਖੋ ਇਹ ਪੁਲਿਸ ਓਪਨ ਦਾ ਫਾਇਰ ਐਟ ਦਾ ਅੰਮ੍ਰਿਤਸਰ। ਇਹ ਅਖਬਾਰ ਜਿਹੜੀ ਹੈਗੀ ਆ ਇਹ 5 ਜੁਲਾਈ ਦੀ ਆ ਤੇ ਭਾਈ ਇੱਧਰ ਚੋਕ ਦੋ ਭਾਈ, ਇੱਧਰ ਸਾਹਮਣੇ ਭਾਈ ਸਾਹਮਣੇ। ਇਹ ਜਿਹੜਾ ਅੰਦਰਲਾ ਦ੍ਰਿਸ਼ ਆ ਉੱਥੇ ਦੀ ਸੰਗਤ ਨੂੰ ਬਹੁਤ ਦੜਾ ਕੇ 300 ਤੋਂ ਵੀ ਵੱਧ ਜਿਹੜੇ ਉੱਥੇ ਸੀਗੇ ਸ਼ਰਧਾਲੂ ਸਿੱਖ ਸੀਗੇ ਉਹਨਾਂ ਨੂੰ ਉੱਥੇ ਕੁੱਟਿਆ ਗਿਆ, ਫਾਇਰ ਕੀਤੇ ਗਏ। ਤੇ ਇਹ ਗੱਲ ਦੀ ਜਿਹੜੀ ਨਾ ਕਿ ਕਿਸੇ ਵੀ ਹੋਰ ਸਟੇਟ ਨੇ ਇਹਨੂੰ ਤਸਦੀਕ ਨਹੀਂ ਕੀਤਾ ਮੁੜ ਕੇ ਵੀ ਜੋ ਸਾਡੇ ਕੋਲ ਇਨਫੋਰਮੇਸ਼ਨ SGPC ਨੇ ਛਾਪੀ ਉਹੀ ਇਨਫੋਰਮੇਸ਼ਨ ਆ। ਸਰਕਾਰ ਨੇ ਕਦੀ ਨਹੀਂ ਕਿਹਾ ਵੀ ਇਹ ਨਹੀਂ ਹੋਇਆ। ਤੇ ਇਸ ਤੋਂ ਬਾਅਦ ਜਿਹੜੇ ਉਸ ਟਾਈਮ ਦੇ ਮੁੱਖ ਮੰਤਰੀ ਸੀਗੇ ਸੱਚਰ, ਉਹ 10 ਜੁਲਾਈ ਨੂੰ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਆ ਤੇ ਉਹ ਅਸਤੀਫਾ ਵੀ ਦੇ ਜਾਂਦੇ ਆ ਆਪਣਾ। ਤੇ ਇਹ ਜਿਹੜੀ ਅਸੀਂ 4 ਜੁਲਾਈ ਨੂੰ ਦਿਨ ਐਤਵਾਰ ਅਸੀਂ ਇਸ ਦਿਨ ਨੂੰ 66 ਸਾਲ ਬਾਅਦ ਮੁੜ ਕੇ ਸੁਰਜੀਤ ਕਰਨ ਜਾ ਰਹੇ ਹਾਂ। ਅਸੀਂ ਸਾਰੀ ਕੌਮ ਨੂੰ ਮਤਲਬ ਸਾਡੇ ਨਾਲ ਬਹੁਤ ਸਾਰੀਆਂ ਜਥੇਬੰਦੀਆਂ, ਪਰ ਅੱਜ ਗੱਲ ਕਰਨ ਦੇ ਲਈ ਸ਼ਾਰਟ ਟਾਈਮ ਸੀਗਾ ਤੇ ਇਹ ਜਿਹੜਾ ਅਸੀਂ ਸਾਂਝੇ ਤੌਰ ਦੇ ਉੱਤੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਨਾਲ ਉੱਥੇ ਆਪਾਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ। ਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਹਿਯੋਗ ਕਰ ਰਹੀ ਹੈ, ਤੁਸੀਂ ਆਪਣੀ ਆਵਾਜ਼ ਇਹ ਕੌਮ ਸੰਸਥਾ ਵੱਲੋਂ ਕਰਵਾ ਰਹੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਦਿਨ ਪਹਿਲਾਂ ਅਨਾਉਂਸ ਕੀਤੀ ਸੀ ਇਹ ਗੱਲ। ਜਦੋਂ ਇਹ ਗੱਲ ਅਸੀਂ ਲਿਆਂਦੀ ਆ ਤੇ ਉਦੋਂ ਸ਼੍ਰੋਮਣੀ ਕਮੇਟੀ ਨੇ ਸਟੇਟਮੈਂਟ ਦਿੱਤੀ ਆ, ਪਰ ਹੁਣ ਹੱਲੇ ਤੱਕ ਸਾਨੂੰ ਨਹੀਂ ਪਤਾ ਵੀ ਉਹ ਇਹ ਮਤਲਬ ਕੀ ਕਰਨ ਜਾ ਰਹੇ ਆ ਇਸ ਦਿਨ 'ਤੇ। ਸਰ, ਜੇਕਰ 1984 ਦੇ ਦੁਖਾਂਤ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ 2 ਜੁਲਾਈ ਮਹੀਨਾ ਹੁੰਦਾ ਤਾਂ ਮਨਾਇਆ ਜਾਂਦਾ, ਹਰ ਸਾਲ ਉਹ ਮਨਾਈ ਜਾਂਦੀ ਹੈ ਨਾ।
ਤੇ ਜਿਹੜਾ 1955 ਦੇ ਵਿੱਚ ਹਮਲਾ ਹੋਇਆ ਅੱਜ ਤੱਕ ਕਿਉਂ ਨਹੀਂ, ਇਹ ਮੈਨੂੰ ਲੱਗਦਾ ਕਿ ਜ਼ਿਆਦਾਤਰ ਨੌਜਵਾਨਾਂ ਨੂੰ ਇਸ ਦੁਖਾਂਤ ਬਾਰੇ ਪਤਾ ਹੀ ਨਹੀਂ ਹੋਵੇਗਾ। ਹਾਂਜੀ। ਕਿਉਂ ਨਹੀਂ ਉਜਾਗਰ ਕੀਤਾ ਗਿਆ, ਕਿਉਂ ਨਹੀਂ ਇਸ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ? ਨਹੀਂ, ਇਹ ਦੇਖੋ, ਇਹ ਤਾਂ ਕਰਨਾ ਚਾਹੀਦਾ ਸੀਗਾ ਤੇ ਇਹ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ ਸੀ, ਇਹ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀਗਾ, ਪਰ ਉਹ ਬਾਅਦ ਵਿੱਚ ਅਕਾਲੀ ਦਲ ਹੀ ਇੰਨੇ ਹਿੱਸਿਆਂ 'ਚ ਵੰਡ ਗਿਆ ਕਿ ਫਿਰ ਸ਼੍ਰੋਮਣੀ ਕਮੇਟੀ ਦਾ ਵੀ ਮਨ ਉੱਦਾਂ ਦਾ ਨਹੀਂ ਰਿਹਾ। ਤੇ ਪਰ ਉਹਨਾਂ ਨੇ ਇਸ ਵਾਰ ਕਿਹਾ ਆ ਤੇ ਅਸੀਂ ਤਾਂ ਬਹੁਤ ਚਿਰ ਤੋਂ ਇਹ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਵੀ ਇਹ ਜਿਹੜੀ ਗੱਲ ਆ ਉਹ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਆ ਤੇ ਅਸੀਂ ਕਰਨ ਜਾ ਰਹੇ ਹਾਂ। ਅਸੀਂ ਮਤਲਬ ਆਉਣ ਵਾਲੇ ਹੋਰ ਥੋੜ੍ਹੇ ਸਾਲਾਂ ਦੇ ਵਿੱਚ ਇਹਨੂੰ ਬੜੀ ਵੱਡੇ ਪੱਧਰ ਤੇ ਮਨਾਇਆ ਜਾਊਗਾ। ਕਿਹੜੀ ਜਗ੍ਹਾ ਮਨਾ ਰਹੇ ਹੋ ਇਸ ਵਾਰ? ਇਸ ਵਾਰ ਅਸੀਂ ਦਰਬਾਰ ਸਾਹਿਬ ਹੀ, ਜਿੱਥੇ ਕਿਉਂਕਿ ਜਿੱਥੇ ਜਿਹੜੀ ਘਟਨਾ ਘਟਦੀ ਉੱਥੇ ਹੀ ਉਹਦੇ ਅਰਥ ਹੁੰਦੇ ਮਨਾਉਣ।